ਵਾਹਿਗੁਰੂ ਜੀ। ਪਾਨਿਹਾਲ ਤਤਕਾਲ ਵਿਸਾਲਾ, ਕਰ ਉਪਦੇਸ਼ ਜੋ ਦਇਓ ਦਿਆਲਾ। ਤਿਸ ਤੇ ਵਿਦਾ ਹੋਏ ਬਿਦਨਿਕੀ, ਸਿਮਰਤ ਸੁਧ ਕੀਨੀ ਭਗਨੀ ਕੀ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਨਿਹਾਲ ਤਤਕਾਲ ਵਿਸਾਲਾ, ਕਰ ਉਪਦੇਸ਼ ਜੋ ਦਇਓ ਦਿਆਲਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੋਨੇ ਰਾਜ ਨੂੰ ਸੂਈ ਦਿੱਤੀ ਹੈ, ਤੇ ਜਦੋਂ ਘਰ ਵਾਲੀ ਤੋਂ ਇਹ ਪਤਾ ਲੱਗਿਆ ਕਿ ਸੂਈ ਨਾਲ ਜਾਣੀ ਕੋਈ ਨਹੀਂ, ਸਤਿਗੁਰ ਦੇ ਚਰਨਾਂ ਵਿੱਚ ਵਾਪਸ ਆਇਆ, ਗੁਰੂ ਸਾਹਿਬ ਜੀ ਨੂੰ ਉਪਦੇਸ਼ ਦਿੱਤਾ ਕਿ ਇਹ ਜੋ ਪਾਪਾਂ ਦੇ ਨਾਲ ਇਕੱਠੀ ਕੀਤੀ ਹੋਈ ਕਮਾਈ ਹੈ, ਇਹ ਜਿਹੜੇ 7 ਝੰਡੇ ਨੇ, ਇਹ ਝੂਲਦੇ ਹੋਏ ਝੰਡੇ ਕਿਹੜਾ ਫਿਰ ਨਾਲ ਜਾਣੇ ਨੇ। ਨਾਲ ਜਾਣਾ ਤੇ ਕੇਵਲ ਇੱਕ ਪਰਮੇਸ਼ਰ ਦਾ ਨਾਮ, ਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਕੋਈ। ਅੱਗੇ ਕਵੀ ਰਾਜ ਲਿਖਦੇ ਨੇ ਕਿ ਦੁਨੀ ਚੰਦ ਨਿਹਾਲ ਹੋ ਗਿਆ, ਉਹਨੂੰ ਸਮਝ ਆ ਗਈ, ਉਹ ਸਤ ਸੰਗਤ ਕਰਨ ਲੱਗਿਆ। ਬਹੁਤ ਸਾਰੇ ਉਹਨੇ ਲੰਗਰ ਲਾਏ, ਗਰੀਬਾਂ ਦੇ ਵਿੱਚ ਬਹੁਤ ਬਸਤਰ ਸਵਾ ਕੇ ਵੰਡੇ। ਤਿਸ ਤੇ ਵਿਦਾ ਹੋਏ ਬਿਦਨਿਕੀ, ਸਿਮਰਤ ਸੁਧ ਕੀਨੀ ਭਗਨੀ ਕੀ। ਕਹਿੰਦੇ ਫਿਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੁਨੀ ਚੰਦ ਤੋਂ ਵਿਦਾ ਹੋਏ, ਤੇ ਵਿਦਾ ਹੋ ਕੇ ਭੈਣ ਨਾਨਕੀ ਨੂੰ ਯਾਦ ਕਰਦੇ ਨੇ ਕਿ ਭੈਣ ਨਾਨਕੀ ਜਿਹੜੀ ਹੈ ਉਹ ਸਾਨੂੰ ਯਾਦ ਕਰ ਰਹੀ ਹੈ। ਮਰਦਾਨੇ ਸੋ ਗਿਰਾ ਅਲਾਈ, ਕੀਓ ਯਾਦ ਭਗਨੀ ਮੁਝ ਤਾਈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਰਦਾਨਿਆ ਕਿ ਅੱਜ ਬੇਬੇ ਨੇ ਯਾਦ ਕੀਤਾ ਹੈ, ਔਰ ਬੜੋ ਮਨ 'ਚ ਧੋ ਕੇ ਯਾਦ ਕਰ ਰਹੇ ਨੇ। ਚੱਲ ਸੁਲਤਾਨਪੁਰੇ ਸੁਧ ਲੀਜੈ, ਬੇਬੇ ਜੀ ਕੀ ਖੁਸ਼ੀ ਕਰੀਜੈ। ਸਤਿਗੁਰੂ ਜੀ ਕਹਿੰਦੇ ਨੇ ਮਰਦਾਨੇ ਚੱਲ ਫਿਰ ਸੁਲਤਾਨਪੁਰ ਨੂੰ ਚੱਲੀਏ, ਜਾ ਕੇ ਉਹਨਾਂ ਦੀ ਖਬਰ ਲਈਏ, ਬੇਬੇ ਨਾਨਕੀ ਜੀ ਦੀ ਖੁਸ਼ੀ ਲਈਏ, ਉਹਨਾਂ ਨੂੰ ਖੁਸ਼ੀ ਦਈਏ। ਅਸ ਕਹਿ ਗਮਣੇ ਇੱਕ ਛਿਨ ਮਾਹੀ, ਪਹੁੰਚਤ ਭੇਪੁਰ ਉਤੋ ਜਹਾਹੀ। ਇਹ ਕਹਿ ਕੇ ਕਹਿੰਦੇ ਸਤਿਗੁਰੂ ਜੀ ਚੱਲ ਪਏ, ਤੇ ਬਹੁਤ ਛੇਤੀ ਦੇ ਨਾਲ ਤਤ ਸੇ ਉਧਰ ਬੇਬੇ ਨਾਨਕੀ ਜੀ ਯਾਦ ਕਰਦੇ ਕਿ ਕਈ ਸਾਲ ਹੋ ਗਏ ਨੇ ਵੀਰ ਨਾਲ ਆ ਕੇ ਕਿਤੇ ਦਰਸ਼ਨ ਦੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੁਲਤਾਨਪੁਰ ਵਿੱਚ ਪਹੁੰਚ ਵੀ ਗਏ ਨੇ। ਸਦਨ ਸੁਸਾ ਕੇ ਪ੍ਰਵੇਸੇ ਜਬ ਹੀ, ਹਰਖ ਭਰੇ ਤੂਰਨ ਉਠ ਤਬ ਹੀ। ਕਹਿੰਦੇ ਬੇਬੇ ਨਾਨਕੀ ਜੀ ਮੰਜੇ ਤੇ ਬੈਠੇ ਹੋਏ ਯਾਦ ਹੀ ਕਰਦੇ ਸਨ ਕਿ ਕਈ ਸਾਲ ਹੋ ਗਏ ਨੇ, ਤਕਰੀਬਨ 7 ਸਾਲ।
और कुछ इतिहासकार मानते हैं 6 साल ते 11 महीने तकरीबन समा है पहली उदासी का कि कदों दे गए ने। उस तो पहलों कुछ समा गुरु साहब जी तलवंडी भी रहे ने कि 7-8 साल हो गए वीरा आगे किते दर्शन पे। कहते सतगुरु जी घर दे विच प्रवेश किए ने बेबे नानकी जी इन्ने प्रसन्न हुए ने एकदम भज के मंजे तो उठे ने। करण बंदना पग पर तहाई लोचन ते जल धार बहाई। ते बेबे नानकी जदों अपने वीर नानक नूं वेखदे ने ते केवल अपने छोटे वीर नूं नहीं रब नूं वेखदे ने कि आप रब आया है। भज के ताके वीर नानक के चरणों में नमस्कार करने वास्ते मत्था टेकण वास्ते जदों भजे ने अखां दे विच जल भी है। कर पार ले सिर कहत बैना बैस गए मंच पर पुने अन्ना। ते जदों भी बेबे नानकी जी मत्था टेकते हैं गुरु साहब जी अगों हाथ करके सिर फड़ देते कि बेबे तू 5 साल वड्डी है मत्था टेकना साडा धर्म है। सतगुरु जी उत्थे मंजे ते बैठे ने एक दूजे तो सुख शांत पूछी है। ते शिन चल जय राम तह आवा तरस बिलोकत उर हर खावा। कहंदा हजे जल छकी सी सुख शांत पुछी सी उस वेले भाई जयराम जी भी बाहरों आ गए कि गुरु साहब के दर्शन करके भाई जयराम भी बड़े प्रसन्न हुए। कर बंदन बैसे कर प्रेमा बूझ परस पार कुशल खेमा। और भाई जयराम भी धन गुरु नानक साहब जी को परमेश्वर का अवतार जान के रिश्तेदार ने रब जान के सतगुरु के चरणों च नमस्कार करते हैं सुख शांत पुछते हैं। भाई जयराम जी सतगुरु जी के कोल पवांदे वाले पास उस मंजे ते बैठ गए ने। बहुत बरख बीते बिन दर्शन क्यों कह भगनी हेर ते अंसण। कहते बेबे नानकी जी फिर कहते कई साल हो गए कि वीरा तेरा मुकड़ा भी नहीं देखा दर्शन भी नहीं किए। इन्हें कह के कहते बेबे नानकी फिर अखां विचों जल भर दिंदे। हम मैं विसार दयो निज मनते हर कहोत रावर दर्शन ते बेबे नानकी जी कहते वीरा कि सानू अपने मन तो घटा ही दिता है। तुहाडे दर्शन करके अज इन्नी खुशी हुई इन्नी प्रसन्नता हुई। किन्ने सालों तो बाद हुई किन्ने सालों तो बाद दर्शन हुए। हाथ बंद बोलियो जय रामा करड़ा करो रहो अब धामा। कहते उस वेले भाई जयराम जी ने हाथ जोड़ के बेनती की कि सतगुरु हुण किरपा करो हुण घर दे विच ही रहो क्योंकि बहुत उदासी आप जी ने कर ली बड़ा भरमण कर लिया कई साल हो गए घूमते हुण घर विच रहो। वैसे सिमरो सदा गोबिंदन हमको देवतर हो आनंदन। तुहानू कोई कारोबार करने की लोड़ नहीं कोई काम करने की लोड़ नहीं। घर दे विच बैठो सिमरन करना रब का सिमरन करो साडे सामने रह के सानू आनंद दिंदे रहो। श्री चंद बाहर ते आयो नमस्कार कर उर हर खायो। तो कोई 10-12 साल की उम्र है बाबा श्री चंद जी की। कहते बाहरों खेड़ते हुए वो भी घर दे विच आए तो जो सामने देखा कि पिता गुरु बैठे बड़े प्रसन्न हुए। ये कह दिए कि देखे हिसाब नाल जदों की होश संभाली पहली बार इन्ने सालों तो बाद आए ने। कहते श्री चंद जी कोल आके बैठ गए नमस्कार की है। पैसे मिल के सर्ब समीपा भजन भने बेते कुल दीपा। ते बाबा श्री चंद जी जी खेड है ना वो भी अनोखी सी बच्चों वर्गी नहीं। वो शुरू तो ही उदास रहने वाले सन
ਉਹ ਖੇਡਾਂ ਵੀ ਕਰਦੇ ਨੇ ਤੇ ਰੱਬ ਦੀ ਬੰਦਗੀ ਦੀਆਂ ਭਗਤੀ ਦੀਆਂ ਇਵੇਂ ਦੇ ਬੱਚਿਆਂ ਨੂੰ ਸਿਖਾਉਂਦੇ ਨੇ। ਸਤਿਗੁਰੂ ਜੀ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਪਿਤਾ ਦੇ ਨੇੜੇ ਨਮਸਕਾਰ ਕਰਕੇ ਬੈਠੇ ਨੇ। ਗੁਰੂ ਸਾਹਿਬ ਜੀ ਨੇ ਭਜਨ ਬਿਲਾਸ ਕੀਤੇ। ਦੇਸ਼ ਵਿਦੇਸ਼ਣ ਦੇਖਣ ਹਿਤਾ ਯਾਤੇ ਰਹਿਓ ਨਾ ਜਾਤਨ ਕੀਤਾ। ਉਧਰੋਂ ਜਿਹੜਾ ਭਾਈ ਜੈਰਾਮ ਜੀ ਨੇ ਬੇਨਤੀ ਕੀਤੀ ਸੀ ਸਤਿਗੁਰੂ ਜੀ ਹੁਣ ਘਰ ਵਿੱਚ ਰਹੋ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਭਾਈਆ ਜੈਰਾਮ ਹਾਲੇ ਤੇ ਦੇਸ਼ ਵਿਦੇਸ਼ ਹੋਰ ਬੜੇ ਵੇਖਣੇ ਨੇ, ਇਸ ਕਰਕੇ ਘਰ ਵਿੱਚ ਤੇ ਨਹੀਂ ਰਿਹਾ ਜਾ ਸਕਦਾ। ਅਸਲ ਵਿੱਚ ਦੇਖਣੇ ਨਹੀਂ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹਜੇ ਬੜੀ ਦੁਨੀਆ ਨੂੰ ਤਾਰਨਾ ਹੈ। ਤੇ ਸਤਿਗੁਰੂ ਜੀ ਬਚਨ ਹੀ ਵਰਤਦੇ ਨੇ, ਅਸੀਂ ਸੈਰ ਕਰਨ ਜਾਣਾ, ਘੁੰਮਣ ਜਾਣਾ, ਵੇਖਣ ਜਾਣਾ ਹੈ। ਜਬ ਸਿਮਰਨ ਕਰੋ ਤੁਮ ਮੇਰਾ ਤਬ ਸਮੀਪ ਆਵੋ ਬਿਨ ਤੇਰਾ। ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈਆ ਜੀ ਬੇਬੇ ਜੀ ਜਦੋਂ ਵੀ ਯਾਦ ਕਰੋਗੇ, ਇਹ ਕਈ ਵਾਰੀ ਬਚਨ ਪਹਿਲੋਂ ਵੀ ਕਹਿੰਦੇ ਅੱਜ ਫਿਰ ਕਹਿੰਦਾ, ਜਦੋਂ ਵੀ ਯਾਦ ਕਰੋਗੇ ਬਿਨਾਂ ਦੇਰ ਤੋਂ ਮੈਂ ਤੁਹਾਡੇ ਕੋਲ ਪਹੁੰਚ ਜਾਵਾਂਗਾ। ਪਰ ਹਮੇਸ਼ਾ ਵੀ ਇੱਥੇ ਰਹਿਣਾ ਹਜੇ ਨਹੀਂ, ਹਜੇ ਮੇਰੇ ਆਪਣੇ ਹੱਥ ਵਿੱਚ ਨਹੀਂ। ਹਜੇ ਪਰਮੇਸ਼ਰ ਦਾ ਹੁਕਮ ਹੈ ਤੇ ਉਸ ਹੁਕਮ ਨੂੰ ਹਜੇ ਵਜਾਉਣਾ ਹੈ। ਬਹੁ ਪ੍ਰਕਾਰ ਦੇ ਧੀਰਜ ਸਭ ਹੀ ਰਹਿਣ ਬਸੇਰਾ ਕੀਏ ਤੇ ਤਬ ਹੀ। ਸਤਿਗੁਰੂ ਜੀ ਨੇ ਬੜੇ ਤਰੀਕਿਆਂ ਦੇ ਨਾਲ ਸਮਝਾਇਆ, ਧੀਰਜ ਦਿੱਤਾ। ਇੱਕ ਰਾਤ ਉੱਥੇ ਰੁਕੇ ਨੇ, ਰਾਤ ਰਹਿ ਕੇ ਗੁਜ਼ਾਰੀ। ਪੌਰ ਹੋਤ ਮਿਲ ਕੈ ਸਭ ਸਾਥਾ ਗਮਨ ਕਰਿਓ ਬੇਦੇ ਕੁਲ ਨਾਥਾ। ਕਹਿੰਦੇ ਸਵੇਰ ਹੁੰਦੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਮਿਲੇ ਨੇ, ਮਿਲ ਕੇ ਫਿਰ ਅੱਗੇ ਚੱਲਣ ਦੀ ਵਿਦਿਆ ਲਈ ਹੈ ਕਿ ਜਾ ਕੇ ਪਿਤਾ ਜੀ ਨੂੰ, ਮਾਤਾ ਜੀ ਨੂੰ ਤਲਵੰਡੀ ਵਿੱਚ ਉਹਨਾਂ ਨੂੰ ਮਿਲਣਾ ਹੈ। ਪੂਰਨ ਮਾਤ ਪਿਤਾ ਕੇ ਚਾਹੂ ਤਲਵੰਡੇ ਪਹੁੰਚੇ ਦੁਖ ਦਾਹੂ। ਕਿਉਂਕਿ ਮਾਤਾ ਪਿਤਾ ਦੀ ਚਾਹ ਤੇ ਹਮੇਸ਼ਾ ਹੀ ਹੈ। ਮਾਂ ਪਿਓ ਦਾ ਪੁੱਤਰ ਭਾਵੇਂ ਉਹ ਨਿਰੰਕਾਰੀ ਹੋਵੇ ਭਾਵੇਂ ਸੰਸਾਰੀ ਹੋਵੇ, ਮਾਂ ਪਿਓ ਤੇ ਹਮੇਸ਼ਾ ਹੀ ਚਾਹੁੰਦੇ ਨੇ ਕਿ ਪੁੱਤਰ ਸਾਹਮਣੇ ਰਹੇ। ਉਹਨਾਂ ਦੀ ਜਾ ਕੇ ਇੱਛਾ ਵੀ ਪੂਰੀ ਕਰਨੀ ਹੈ, ਮਨ ਦੀ ਚਾਹਤ ਪੂਰੀ ਕਰਨੀ ਹੈ। ਇਸ ਕਰਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੋਂ ਚੱਲੇ ਨੇ, ਤਲਵੰਡੀ ਪਹੁੰਚੇ। ਦੋਏ ਕੋਸ ਪਾਰ ਕੂਪ ਜੋ ਨਿਕਾ ਛਾਇਆ ਸਗਨ ਜਾਂ ਰਮਣੀਕਾ। ਪਰ ਗੁਰੂ ਸਾਹਿਬ ਜੀ ਤਲਵੰਡੀ ਸਿੱਧਾ ਨਹੀਂ ਗਏ। ਤਲਵੰਡੀ ਤੋਂ 2 ਕੋਪ ਪਹਿਲੇ ਭਾਈ ਪਾਲੇ ਜੀ ਦੇ ਪਿਤਾ ਚੰਦਰਪਾਲ ਜੀ ਦਾ ਖੂਹ ਹੈ ਕਿ ਜਿੱਥੇ ਬਹੁਤ ਸਾਰੇ ਰੁੱਖ ਵੀ ਨੇ, ਛਾਇਆ ਵੀ ਠੰਡੀ ਹੈ। ਸਤਿਗੁਰੂ ਜੀ ਉਸ ਖੂਹ 'ਤੇ ਬੈਠ ਗਏ ਨੇ। ਬੈਠ ਗਏ ਜਗ ਗੁਰ ਤੇ ਤਾਈ ਦਵੈ ਘਟਕਾ ਜਬ ਦੀਨ ਬਤਾਈ। ਕਹਿੰਦੇ ਉਸ ਖੂਹ 'ਤੇ ਬੈਠ ਕੇ ਠੰਡੀ ਛਾਂ ਥੱਲੇ ਬੈਠ ਕੇ ਜਦੋਂ 2 ਕੁ ਘੜੀਆਂ ਬਤੀਤ ਕੀਤੀਆਂ, ਹਾਥ ਬੰਦ ਬੋਲਿਓ ਮਰਦਾਨਾ ਮੁਝ ਕੋ ਆਗਿਆ ਕਰੋ ਬਖਾਨਾ। ਕਹਿੰਦੇ ਭਾਈ ਮਰਦਾਨੇ ਨੇ ਹੱਥ ਜੋੜੇ ਕਿ ਸਤਿਗੁਰੂ ਜੀ ਕਿਰਪਾ ਕਰੋ, ਹੁਣ ਮੈਨੂੰ ਵੀ ਆਗਿਆ ਦਿਓ। ਨਿਜ ਕੁਟੰਬ ਲਿਆਵੋ ਸੁਧ ਅਬ ਹੀ ਭਏ ਮਿਰਤਕ ਕੈ ਜੀਵਤ ਸਭ ਹੀ। ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਆਪਣੇ ਟੱਬਰ ਦੀ ਖਬਰਸਾਰ ਤੇ ਲੈ ਆਵਾ। ਉਹ ਮਰ ਮੁੱਕ ਗਏ ਨੇ ਕਿ ਜਿੰਦੇ ਨੇ ਕੋਈ ਪਤਾ ਨਹੀਂ, ਕਈ ਸਾਲ ਤੇ ਹੋ ਗਏ ਹੈ ਨੇ ਕਿ ਸਾਰੇ ਹੈ ਨੇ ਕਿ ਸਾਰੇ ਗਏ ਚਲੇ ਨੇ, ਕੋਈ ਪਤਾ ਨਹੀਂ। ਬਹੁਤ ਬਰਖ ਮੈਂ ਨਿਜਪੁਰ ਆਏ ਨਿਕਸੇ ਬਹੁਰਨ ਫੇਰੋ ਪਾਏ। ਸਤਿਗੁਰੂ ਜੀ ਜਦੋਂ ਦੇ ਨਿਕਲੇ ਕਈ ਸਾਲ ਹੋ ਗਏ ਨੇ, ਪਰਤ ਕੇ ਫੇਰਾ ਪਾਏ ਨਾ ਕੋਈ ਖਬਰ ਨਾ ਕੋਈ ਸਾਰ। ਸੁਣ ਕਰ ਬਿਕਸੇ ਕਿਰਪਾ ਨਿਕੇਤਾ ਬੋਲੇ ਹਰਖ ਦੇਣ ਕੇ ਹਿਤਾ। ਕਹਿੰਦੇ ਇਹ ਸੁਣ ਕੇ ਕਿਰਪਾ ਦੇ ਘਰ ਪਾਓ ਸਤਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਹੱਸ ਪਏ ਤੇ ਮਰਦਾਨੇ ਨੂੰ ਖੁਸ਼ ਕਰਨ ਦੇ ਲਈ ਸਤਿਗੁਰੂ ਜੀ ਨੇ ਫਿਰ ਬਚਨ ਕਹੇ, ਜੇ ਤੇਰੇ ਸਣ ਬੰਦੇ ਮਰ ਹੈ ਅਵਰ ਕਾਜ ਹਮ ਜਗ ਕਸ ਕਰ ਹੈ। ਸਤਿਗੁਰੂ ਜੀ ਕਹਿੰਦੇ ਨੇ ਮਰਦਾਨਿਆ
जे तेरा ही टब्बर मर गया, तेरे संबंधी मर गए, तो फिर साडा इत्थे आउण दा लाभ की है? फिर साडे नाल मित्रता पाउण दा तैनूं की लाभ है? साडे हुंदा कोई नहीं मरदा। सतगुरु जी कहते ने सारे ठीक ने। हम होवत न चिंता करिए, निकट न जम को त्रास विचरिए। जिवें एक दोस्त दूसरे दोस्त नूं तरवास दिंदा, गुरु साहब जी बिल्कुल उस दोस्तां की तरह गल करते हैं कि मरदानिया कहते यार साडे हुंदे होए तो चिंता ना कर, ये जमा दा मौत का डर तो बिल्कुल नेड़े लिया ही ना। जे अब तो मन ऐसी आई, मिलो कुटुंब सर्प को जाई। ते मरदानिया जे तेरे मन में होना सी आ ही गई है कि सारे ठीक ठाक घर में है कि नहीं, तो फिर जब परिवार में जाके मिलिया। कालू के समीप जे जावो, हमरे सुध न है तिने सुनावो। पर सतगुरु जी नाल वचन करते हैं, कहते मरदाने घर अपने ते जा, पर जे मेरे पिता जी के घर जाए या पिता जी किते मिल जाए, उन्होंने साढ़े आने के बारे हजे कुछ नहीं दसना, क्योंकि उन्होंने तो फिर वही होनी है कि कित्थे गए, की कमाया, की खटिया, कुछ लिया कि नहीं, हले खबर नहीं देनी, साढ़े बारे हजे कुछ नहीं दसना। मिल परिवार बहुत तुम्हें आवो, करके मोहे ना बिलम लगावो। सतगुरु जी कहते हैं मरदाने जा अपने परिवार में तू मिले, पर मिलन जाना वेख बहुती देर नहीं लगनी। हुण सतगुरु धन गुरु नानक साहब जी का प्यार ही है कि मरदाने तेरे तो बिना साडा भी जी नहीं लगना, बहुती देर नहीं लगनी, छेती है। कह मरदाना सुन बच गुर को, क्या लेकर जाऊँ मैं घर को। सतगुरु के बचन सुन के भाई मरदाना जी खुश होया ते नाले हसदा होया, कहते कि प्रभु जी सतगुरु जी हुण घर जाना तो घर लैके की जावां, खाली हथ चले जावां। तुहाडे पिता जी ने तो पुछदे की लैके आए हो, तो मेरे घर परिवार के तो वेखते होने, कई साल बाद आना तो खाली हथ ही जाना। बहुर बरख घर वहर बिताए, सुशा अब क्या देवों जाए। सतगुरु जी इन्ने साल घर तो बाहर रह के बतीत किए, 7 साल के बाद तकरीबन घर में जाना है, तो कृपा करो दसो मैं खाली हथ ही जावां। गुर कह रोरन मुष्ट उचावो, बांध चीर संदेह मिटावो। सतगुरु जी कहते हैं मरदाने जी गल तो खाली हथ लग जा, अपने मोढे तो परना ला। आ इत्थे रोड़े पड़ने, रोड़ियां की मुठ पर पल्ले नाल बन लै, और शंका न करी। घर कुछ लैके जाना ना, खाली जाना, रोड़ियां की एक मुट्ठी बन लै। कर मैं जाओ खोल दे ताही, हवै है सोजे चहु मन माही। मरदाने जो घर में जाएंगे नूं जाके खोल दे, तो मन में जो भी चाहत रख के खोलेगा ना, उहदे विच की निकले वही कुछ निकलेगा। चिंता ना करी तो शंका ना करी, बस जो तेरी चाहत होएगी वही इहदे विचों निकल आना है। एक मुष्ट तब ले मरदाने, बांधे अपने पट संघाने। कहते भाई मरदाने ने गुरु साहब के बचन बन्निया है, उतों रोड़ियां की एक मुट्ठी भरी, अपने मोढे ते पए हो परने के पल्ले के नुक्कर नाल बन ले, उन्होंने परने नूं पिछे सुट लिया मोढे उत्ते। करियो आनंद निकेत सिधारा, मिलियो जाए अपने परिवारा। कहते भाई मरदाना जी बड़ा प्रसन्न है, बड़ा खुश है, गुरु साहब तो आज्ञा ली, अपने घर गया, जाके घर परिवार को मिलिया। कंड चेर के खोली जब
ਕੰਚਨ ਸਰਬ ਭੁਲਿਓ ਕਿਉ ਤਬ ਹੀ। ਹੁਣ ਪਰਿਵਾਰ ਤੇ ਇੱਕ ਆਮ ਪਰਿਵਾਰ, ਇੱਕ ਚਾਹਤ ਹੁੰਦੀ ਕਿ ਇੰਨੇ ਸਾਲਾਂ ਬਾਅਦ ਕੁਝ ਆਇਆ ਹੈ, ਪਿਓ ਆਇਆ ਹੈ, ਘਰ ਵਾਲਾ ਆਇਆ ਹੈ, ਕੁਝ ਪੁੱਤਰ ਆਇਆ ਹੈ, ਕੁਝ ਲੈ ਕੇ ਆਵੇਗਾ, ਕਿ ਜਦੋਂ ਵੇਖਦੇ ਨੇ ਕਿ ਲੱਗਦਾ ਵੀ ਖਾਲੀ ਹੋਈ ਹੈ। ਕਹਿੰਦੇ ਭਾਈ ਮਰਦਾਨੇ ਨੇ ਉਹ ਮੋਢੇ ਤੋਂ ਲਾਇਆ ਪਰਨਾ, ਉਹ ਗੰਢ ਖੁੱਲ੍ਹੀ ਜਿਹਦੇ 'ਚ ਰੋੜਿਆਂ ਦੇ ਮੁੱਠ ਪਾਈ ਸੀ। ਅਸਲ ਵਿੱਚ ਉਹ ਰੋੜੇ ਜਿਹੜੇ ਨੇ ਸਾਰੇ ਸੋਨੇ ਦੇ ਜਿਹੜੇ ਬਣ ਗਏ, ਸੋਨੇ ਦੀ ਮੁੱਠੀ ਜਿਹੜੀ ਬਣ ਗਈ। ਕਾਲੂ ਕੇ ਤਬ, ਉਹ ਕਹਿੰਦੇ ਜਦੋਂ ਸੋਨੇ ਦੀ ਮੁੱਠੀ ਬਣੀ ਹੈ, ਹੁਣ ਘਰ ਪਰਿਵਾਰ ਜਿੱਥੇ ਮਿਲਦਾ ਹੈ, ਬਹੁਤ ਸਾਰੇ ਆਂਢੀ ਗੁਆਂਢੀ ਵੀ ਆਏ ਨੇ। ਭਾ ਕੁਟੁੰਬ ਕੋ ਆਨੰਦ ਭਾਰੀ, ਸੁਣਤ ਪਏ ਪੁਰ ਮੈਂ ਨਰ ਨਾਰੀ। ਕਹਿੰਦੇ ਪਰਿਵਾਰ ਨੂੰ ਤਾਂ ਖੁਸ਼ੀ ਹੋਈ ਹੋਈ। ਨਗਰ ਦੇ ਆਂਢੀ ਗੁਆਂਢੀ ਜਿੰਨੇ ਲੋਕਾਂ ਨੇ ਸੁਣਿਆ, ਔਰ ਪਹਿਲੇ ਲੋਕ ਉਹੀ ਸਨ ਜਿਹੜੇ ਢੂਮ ਕਹਿ ਕੇ, ਨੀਵੀਂ ਜਾਤ ਦਾ ਕਹਿ ਕੇ ਨੇੜੇ ਨਹੀਂ ਸੁਣਾਉਂਦੇ। ਹੁਣ ਪਿੰਡ ਦੇ ਵਿੱਚੋਂ ਜਿੰਨਾ ਵੀ ਸੁਣਿਆ ਹੈ, ਚਾਹੇ ਆਪਣੇ ਆਪ ਨੂੰ ਕੋਈ ਉੱਚੀ ਜਾਤ ਕਹਾਉਂਦਾ ਹੈ, ਚਾਹੇ ਕੋਈ ਆਪਣੇ ਆਪ ਨੂੰ ਬਰਾਦਰੀ ਦਾ ਕਹਾਉਂਦਾ ਹੈ। ਸ੍ਰੀ ਨਾਨਕ ਸੰਗੀ ਮਰਦਾਨਾ, ਫਿਰਤ ਵਹਿਰ ਬਹੁ ਕਾਲ ਬਿਤਾਨਾ। ਜਦੋਂ ਸਾਰਿਆਂ ਨੇ ਸੁਣਿਆ ਹੈ ਕਿ ਭਾਈ ਮਰਦਾਨਾ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਸ੍ਰੀ ਨਾਨਕ ਨਿਰੰਕਾਰੀ ਦੇ ਨਾਲ ਕਈ ਸਾਲਾਂ ਤੋਂ ਬਾਹਰ ਫਿਰਦਾ ਰਿਹਾ ਹੈ, ਅੱਜ ਉਹ ਆਪਣੇ ਘਰ ਵਿੱਚ ਆਇਆ ਹੈ। ਅਬ ਆਵਾ ਆਪਣੇ ਘਰ ਵਿੱਚੋਂ, ਜਿਉਂ ਸੁਣ ਆਏ ਊਚਿਆਰ ਨੀਚੂ। ਕਹਿੰਦੇ ਅੱਜ ਕਿਸੇ ਨੇ ਆਪਣੀ ਜਾਤ ਨਹੀਂ ਵੇਖੀ, ਕਿਸੇ ਨੇ ਭਾਈ ਮਰਦਾਨੇ ਨੂੰ ਨੀਚ ਨਹੀਂ ਸਮਝਿਆ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਗਤ ਕਰਕੇ ਅਸਲ ਵਿੱਚ ਭਾਈ ਮਰਦਾਨਾ ਸਾਰੇ ਤੋਂ ਉੱਚਾ ਹੋ ਗਿਆ ਹੈ। ਕਿਉਂਕਿ ਬਚਨ ਗੁਰੂ ਸਾਹਿਬ ਜੀ ਵਾਸਤੇ ਆਪਾਂ ਪੜ੍ਹਨੇ ਹਾਂ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਔਰ ਗੁਰੂ ਦੀ ਸੰਗਤ ਕਰਨ ਵਾਲਾ ਗੁਰੂ ਦਾ ਹੀ ਰੂਪ ਹੈ। ਅੱਜ ਸਭ ਦੇ ਮਨਾਂ ਦੇ ਵਿੱਚੋਂ ਊਚ ਨੀਚ ਵਾਲਾ ਫਰਕ ਨਿਕਲਿਆ, ਸਾਰੇ ਆਏ ਨੇ। ਪੀਰ ਭੂਰ ਤੇ ਕਰਤੇ ਹੋਈ, ਮਿਲੇ ਕੁਸਲ ਬੂਝੇ ਸਭ ਕੋਈ। ਕਹਿੰਦੇ ਕੀ ਬੱਚੇ ਕੀ ਬਜ਼ੁਰਗ, ਕੋਈ ਜਾਤ ਪਾਤ ਦਾ ਫਰਕ ਨਹੀਂ, ਸਾਰੇ ਆਏ ਨੇ। ਘਰ ਦੇ ਵਿੱਚ ਬੜੀ ਭੀੜ ਹੋਈ, ਸਭ ਨੇ ਆ ਕੇ ਆਨੰਦ ਮੰਗਲ ਪੁੱਛਿਆ ਹੈ, ਰਾਜੀ ਬਾਜੀ ਪੁੱਛੀ ਹੈ। ਕਰੇ ਪਰਸ ਪਾਰ ਨਰਬ ਖਿਆਨਾ, ਸ੍ਰੀ ਨਾਨਕ ਸੰਗ ਥਾ ਮਰਦਾਨਾ। ਕਹਿੰਦੇ ਨਗਰ ਦੇ ਲੋਕ ਆਪਸ ਵਿੱਚ ਮਿਲ ਮਿਲ ਕੇ ਕਹਿੰਦੇ ਨੇ ਕਿ ਭਾਈ ਮਰਦਾਨਾ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਸਨ। ਭਾਵੇਂ ਇਹ ਸ਼ਬਦ ਉਸ ਵੇਲੇ ਲੋਕ ਨਹੀਂ ਵਰਤਦੇ ਸਨ, ਸਤਿਗੁਰੂ ਜਾਂ ਗੁਰੂ ਨਹੀਂ ਸਨ ਕਹਿੰਦੇ, ਪਰ ਇੰਨਾ ਸਭ ਨੂੰ ਪਤਾ ਸੀ ਕਿ ਉਹ ਆਪ ਪਰਮੇਸ਼ਰ ਦਾ ਰੂਪ ਨੇ, ਅਤੇ ਉਹਨਾਂ ਦੀ ਸੰਗਤ ਕਰਕੇ ਇਹ ਭਾਈ ਮਰਦਾਨਾ ਵੀ ਧੰਨ ਹੋ ਗਿਆ ਹੈ। ਯਾ ਤੇ ਸੁਭ ਸੁਭਾਏ ਪਾਹਿ ਕੋ, ਸਭ ਨਰ ਤੇ ਨਿਰਮਲ ਉਰਜੇ ਕੋ। ਇਸ ਕਰਕੇ ਕਹਿੰਦੇ ਨੇ ਸਾਰੇ ਆਪਸ ਵਿੱਚ ਦੇਖੋ ਕਿ ਭਾਈ ਮਰਦਾਨੇ ਦਾ ਸੁਭਾਅ ਹੁਣ ਕਿੰਨਾ ਸ਼ੁਭ ਹੋ ਗਿਆ, ਕਿਉਂਕਿ ਸੁਭਾਅ ਵਿੱਚ ਬੜਾ ਫਰਕ ਆਇਆ ਹੈ। ਢੂੰਡ ਸੀ, ਘਰ ਘਰ ਵਿੱਚ ਜਾ ਕੇ ਕੁਝ ਨਾ ਕੁਝ ਗਾ ਕੇ ਮੰਗਣਾ, ਅਤੇ ਮੰਗਣਾ ਵੀ ਨਿਚਾਕ ਹੋ ਗਈ। ਪਰ ਹੁਣ ਸੁਭਾਅ ਦੇ ਵਿੱਚ ਫਰਕ ਕਿੰਨਾ ਹੈ। ਮੰਗਣਾ ਕਿਸੇ ਤੋਂ ਨਹੀਂ, ਬੂਹੇ ਕਿਸੇ ਦੇ ਉੱਤੇ ਜਾ ਕੇ ਨਹੀਂ ਗਾਉਣਾ, ਅਤੇ ਜੇ ਗਾਉਣਾ ਹੈ ਤਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹੀ ਗਾਉਣਾ। ਲੋਕ ਕਹਿੰਦੇ ਨੇ ਦੇਖੋ ਸਭ ਤੋਂ ਨਿਰਮਲ ਇਹਨਾਂ ਦਾ ਅੰਦਰ ਹੋ ਗਿਆ ਹੈ। ਮਧੁਰ ਬਚਨ ਸਭ ਸੰਗ ਬਖਾਨਤ, ਭਲੇ ਰੀਤ ਕਰ ਕੈ ਸਨਮਾਨਤ। ਅਤੇ ਭਾਈ ਮਰਦਾਨਾ ਵੀ ਜਿਹੜਾ ਹਰ ਗੱਲ 'ਤੇ ਹਾਸਾ ਮਜ਼ਾਕ ਕਰਨ ਵਾਲਾ ਸੀ, ਹੁਣ ਸੁਭਾਅ ਦੇ ਵਿੱਚ ਬੜਾ ਫਰਕ ਆਇਆ, ਬੜੀ ਗੰਭੀਰਤਾ ਆਈ। ਸਭ ਨੂੰ ਮਿੱਠੇ ਬਚਨ ਬੋਲ ਬੋਲ ਕੇ ਸੁੱਖ ਸੰਦ ਪੁੱਛਦੇ ਨੇ, ਸਭ ਨੂੰ ਆਇਆਂ ਦਾ ਸਭ ਦਾ ਸਤਿਕਾਰ ਆਦਰ ਮਾਣ ਕੀਤਾ, ਸਭ ਨੂੰ ਜੀ ਆਇਆਂ ਕਿਹਾ ਹੈ। ਇੱਕ ਮਹੂਰਤ ਸਦਨ ਬਿਤਾਇਆ, ਮਿਲ ਪਰਿਵਾਰ ਹਿਰਦੇ ਹਰਖਾਇਆ। ਕਹਿੰਦੇ ਦੋ ਕੁ ਘੜੀਆਂ ਘਰ ਦੇ ਵਿੱਚ ਬਤੀਤ ਕੀਤੀਆਂ, ਪਰਿਵਾਰ ਨੂੰ ਮਿਲ ਕੇ ਬੜਾ ਖੁਸ਼ ਹੋਇਆ। ਆਂਢੀ ਗੁਆਂਢੀ ਪਿੰਡ ਵਾਲੇ ਨਗਰ ਵਾਲੇ ਆ ਕੇ ਮਿਲੇ। ਅਪਰ ਜੇ ਲੋਕ ਮਿਲਣ ਤਿਸ ਆਏ,
ਮਿਲਿਓ ਭਉ ਧਰ ਸਰਬ ਸੁਖ ਪਾਏ। 2 ਕੁ ਘੜੀਆਂ ਤੇ ਘਰ ਵਿੱਚ ਬਤੀਤ ਕੀਤੀਆਂ। ਫਿਰ ਹੋਰ ਜਿਹੜੇ ਲੋਕ ਮਿਲਣ ਵਾਸਤੇ ਆਏ ਸੀ ਉਹਨਾਂ ਨੂੰ ਸਾਰਿਆਂ ਨੂੰ ਮਿਲਿਆ, ਬੜਾ ਆਨੰਦ, ਬੜਾ ਪ੍ਰਸੰਨ ਹੋਇਆ। ਪਰ ਉਧਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਵੀ ਚੇਤੇ ਆਉਂਦੇ ਕਿ ਮਰਦਾਨਿਆਂ ਮਿਲ ਆ ਪਰ ਛੇਤੀ ਪਰਤ ਗਏ। ਇੱਥੇ ਕਵਿਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ। ਅਗਲਾ ਅਧਿਆਇ ਫਿਰ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਦਵੈ ਘਟਕਾ ਬੀਤੇ ਤਤਕਾਲੂ, ਚਲਿਓ ਜਹਾਂ ਤੋਂ ਆਲੇ ਕਾਲੂ। ਹੁਣ ਜਿਹਨੇ 7-8 ਸਾਲ ਬਾਅਦ ਘਰ ਵਿੱਚ ਆਉਣਾ ਹੈ ਤੇ 2 ਕੁ ਘੜੀਆਂ ਬੀਤਦਾ ਕਿੰਨਾ ਸਮਾਂ ਲੱਗਦਾ ਹੈ। ਕਵਿਰਾਜ ਕਹਿੰਦੇ ਨੇ 2 ਘੜੀਆਂ ਤੇ ਇਵੇਂ ਬੀਤ ਗਈਆਂ ਜਿਵੇਂ 1 ਸਕਿੰਟ ਬੀਤਦਾ, ਤਤਕਾਲ, ਪਤਾ ਵੀ ਨਹੀਂ ਲੱਗਿਆ। ਪਰ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਦਾ ਬਚਨ ਚੇਤੇ 2 ਘੜੀਆਂ ਬਾਅਦ ਉੱਠਿਆ ਹੈ। ਘਰ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਮੈਂ ਮਹਿਤਾ ਜੀ ਦੇ ਘਰ ਚੱਲਿਆ। ਕਾਲੂ ਮਹਿਤਾ ਜੀ ਦੇ ਘਰ ਨੂੰ ਚਲੇ ਗਏ ਨੇ। ਆਗੇ ਸ੍ਰੀ ਨਾਨਕ ਕੀ ਮਾਤਾ, ਤ੍ਰਿਪਤਾ ਨਾਮ ਜੋ ਥੀ ਬਖਿਆਤਾ। ਅੱਗੇ ਕਹਿੰਦੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਕਰਕੇ, ਮਾਤਾ ਤ੍ਰਿਪਤਾ ਜੀ ਕਰਕੇ ਸਾਰੇ ਪਾਸੇ ਪ੍ਰਸਿੱਧ ਨੇ, ਜਾਣੇ ਜਾਂਦੇ ਨੇ। ਮਾਤਾ ਜੀ ਨੇ ਦੇਖਿਆ ਕਿ ਮਰਦਾਨਾ ਆਇਆ ਹੈ, ਇੱਕਦਮ ਬੜੇ ਪ੍ਰਸੰਨ ਹੋਏ ਤੇ ਖੜੇ ਹੋ ਗਏ। ਜਬ ਆਵਤ ਦੇਖਿਓ ਮਰਦਾਨਾ, ਕਰ ਸੋ ਲਾ ਬਿਰਾਗ ਬਹੁ ਠਾਨਾ। ਇਸ ਤਰ੍ਹਾਂ ਲੱਗਿਆ ਕਿ ਮਰਦਾਨਾ ਨਹੀਂ, ਜਿਵੇਂ ਮੇਰਾ ਨਾਨਕ ਹੀ ਆ ਗਿਆ ਹੈ। ਇੰਨੇ ਪ੍ਰਸੰਨ ਹੋਏ ਨੇ, ਕਹਿੰਦੇ ਉੱਠ ਕੇ ਮਰਦਾਨੇ ਦਾ ਸਤਿਕਾਰ ਕੀਤਾ ਤੇ ਮਰਦਾਨੇ ਨੂੰ ਆਪਣੇ ਗਲ ਦੇ ਨਾਲ ਲਾਇਆ। ਗਲ ਨਾਲ ਲਾ ਕੇ ਮਾਤਾ ਤ੍ਰਿਪਤਾ ਜੀ ਕੁਝ ਬਰਾਗ ਦੇ ਵਿੱਚ ਵੀ ਆ ਗਏ ਨੇ, ਕਿਉਂਕਿ ਇਹ ਰਿਸ਼ਤਾ ਭਾਵੇਂ ਇੱਕ ਮਾਂ ਪੁੱਤਰ ਦੇ ਜਾਣੀਏ, ਮਾਂ ਨੂੰ ਕਈ ਸਾਲਾਂ ਬਾਅਦ ਪੁੱਤਰ ਨੇ ਮਿਲਣਾ ਹੈ ਤੇ ਹਲੇ ਮਰਦਾਨਾ ਆਇਆ ਹੈ। ਭਇਓ ਮੋਹ ਸਰਤਾ ਸੋ ਪ੍ਰਵਾਹ, ਧੀਰਜ ਕਿਸ਼ਤਾ ਸੇ ਤਨਸਾਹ। ਕਹਿੰਦੇ ਮੋਹ ਹੈ ਤੇ ਮੋਹ ਦੇ ਵਿੱਚ ਆ ਕੇ ਅੱਖਾਂ ਦੇ ਵਿੱਚੋਂ ਜਿਵੇਂ ਜਲ ਦੀ ਨਦੀ ਵਗ ਗਈ। ਧੀਰਜ, ਜਿਵੇਂ ਹੌਸਲਾ ਬਿਲਕੁਲ ਰਿਹਾ ਹੀ ਨਾ ਹੋਵੇ, ਹੁਣ ਛੇਤੀ ਦੇ ਨਾਲ ਮੇਰਾ ਪੁੱਤਰ ਸਾਹਮਣੇ ਆਵੇ। ਆਪਣੇ ਪੁੱਤਰ ਨੂੰ ਇਸੇ ਤਰ੍ਹਾਂ ਗਲ ਦੇ ਨਾਲ ਲਾ ਕੇ ਮਿਲਾ। ਬਾਕ ਜੋ ਤਿਨ ਸਭ ਦਿਏ ਰੁੜਾਈ, ਕਹਿ ਬਹੁਤ ਨਹਿ ਧੀਰ ਧਰਾਈ। ਕਹਿੰਦੇ ਹੁਣ ਮਾਤਾ ਜੀ ਤੋਂ ਧੀਰਜ ਨਹੀਂ ਹੁੰਦਾ। ਆਪਣਾ ਧੀਰਜ ਛੱਡਦੇ ਹੋਏ ਹੁਣ ਇੱਕਦਮ ਭਾਈ ਮਰਦਾਨੇ ਨੂੰ ਪੁੱਛਦੇ ਨੇ, ਸ੍ਰੀ ਨਾਨਕ ਕੋ ਭਾ ਅਨੁਰਾਗਾ, ਕੀਨੋ ਜਨਨੀ ਬਹੁ ਬੈਰਾਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ, ਪ੍ਰੇਮ ਕਰਦੇ ਆ। ਅੰਦਰ ਪ੍ਰੇਮ ਇੰਨਾ ਜਾਗਿਆ ਕਿ ਮਾਤਾ ਤ੍ਰਿਪਤਾ ਜੀ ਬਹੁਤ ਬਰਾਗ ਦੇ ਵਿੱਚ ਆ ਗਏ। ਅੱਖਾਂ ਦੇ ਵਿੱਚੋਂ ਜਲ ਤੇ ਰੁਕਦੇ ਨਹੀਂ। ਕਿਤਕ ਦੇਰ ਮੈਂ ਧੀਰਜ ਧਰ ਕੇ, ਬੂਝਣ ਲੱਗੇ ਸੋ ਬਚਨ ਉਚਰ ਕੇ। ਭਾਈ ਮਰਦਾਨੇ ਨੂੰ ਪੁੱਛਣਾ ਚਾਹੁੰਦੇ ਨੇ ਕਿ ਮੇਰਾ ਨਾਨਕ ਕਿੱਥੇ ਹੈ, ਪਰ ਬਰਾਗ ਇੰਨਾ ਕਿ ਗਲ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਗਲਾ ਭਰ ਰਿਹਾ ਹੈ। ਕਹਿੰਦੇ ਕੁਝ ਸਮੇਂ ਤੋਂ ਬਾਅਦ ਧੀਰਜ ਰੱਖਿਆ, ਹੌਸਲਾ ਰੱਖ ਕੇ ਫਿਰ ਮਾਤਾ ਜੀ ਪੁੱਛਦੇ ਨੇ, ਸੁਤ ਨਾਨਕ ਕੇ ਖਬਰ ਸੁਣਾਵੋ, ਤਜਿਓ ਥਾਨ ਕੇ ਮੋਹਿ ਬਤਾਵੋ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਪੁੱਤਰ ਮਰਦਾਨਿਆ, ਪੁੱਤਰ ਨਾਨਕ ਦੀ ਵੀ ਖਬਰ ਸੁਣਾ ਕਿ ਪੁੱਤਰਾਂ ਨੂੰ ਕਿੱਥੇ ਛੱਡਿਆ, ਨਾਲ ਨਹੀਂ ਲੈ ਕੇ ਆਇਆ। ਛੇਤੀ ਕਰ ਦੱਸ ਕਿ ਉਹ ਹੈ ਕਿੱਥੇ। ਹੁਣ ਦੇਖੋ ਭਾਈ ਮਰਦਾਨੇ ਉੱਧਰੋਂ ਪੁੱਤਰ ਦਾ ਵੀ ਹੁਕਮ ਹੈ ਕਿ ਘਰ ਵਿੱਚ ਜਾਣਾ ਹੈ। ਔਰ ਭਾਵੇਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਕਾਲੂ ਜੀ ਵਾਸਤੇ ਸ਼ਬਦ ਵਰਤਿਆ ਸੀ ਕਿ ਕਾਲੂ ਜੀ ਮਿਲਣ, ਪਿਤਾ ਜੀ ਮਿਲਣ ਤੇ ਦੱਸਣਾ ਨਹੀਂ ਕਿੱਥੇ ਹੈ। ਭਾਈ ਮਰਦਾਨੇ ਨੂੰ ਹੁਣ ਯਾਦ ਹੈ ਕਿ ਦੱਸਣਾ ਨਹੀਂ, ਭਾਵੇਂ ਮਾਤਾ ਜੀ ਵੀ ਪੁੱਛਦੇ। ਔਰ ਇਸ ਥਾਂ 'ਤੇ ਕਿਤੇ ਆਪਣੇ ਆਪ ਨੂੰ ਰੱਖ ਕੇ ਵੇਖੀਏ ਕਿ ਇੱਕ ਪਾਸੇ ਝੂਠ ਵੀ ਨਹੀਂ ਬੋਲਣਾ ਤੇ ਦੂਜੇ ਪਾਸੇ ਮਾਤਾ ਪੁੱਛਦੀ ਕਿ ਹੈ ਕਿੱਥੇ।
ਤੇ ਅੱਗੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਵੀ ਚੇਤੇ ਆਉਂਦਾ ਕਿ ਭਾਈ ਦੱਸਣਾ ਨਹੀਂ, ਹਰਲੇ ਨਹੀਂ ਦੱਸਣਾ ਸੀ ਕਿੱਥੇ ਹਾਂ। ਇੱਧਰੋਂ ਮਾਤਾ ਜੀ ਪੁੱਛਦੇ ਨੇ कि जब के निकसे तुम घर माही, तब के सुध आई कब नाही। कि पुत्र मरदाने जदों तुसी घरों निकल के गए, ऐसे गए हो कि किहड़े जंगलों में किहड़े पहाड़ों में गए, कोई खबरसार भी नहीं आई। मम सुत सब तज के घर बारा, पाप कीर क्या हृदय विचारा। ਹੁਣ ਮਾਤਾ ਤ੍ਰਿਪਤਾ ਤੇ ਕੇਵਲ ਮਾਤਾ ਹੈ ਤੇ ਮਾਂ ਦੇ ਵਜੋਂ ਇਹ ਸੋਚਦੇ ਨੇ, ਇੱਕ ਮਾਂ ਦੇ ਵਜੋਂ ਇਹ ਬਚਨ ਕਰ ਰਹੇ ਨੇ ਕਿ ਮਰਦਾਨੇ ਮੇਰੇ ਪੁੱਤਰ ਨੂੰ ਪਤਾ ਨਹੀਂ ਕੀ ਹੋਇਆ ਕਿ ਚੰਗਾ ਭਲਾ ਕਾਰੋਬਾਰ, ਘਰ ਦੀ ਖੇਤੀ, ਨੌਕਰੀ ਸੋਹਣੀ, ਪਰ ਸਾਰਾ ਕੁਝ ਛੱਡ ਦਿੱਤਾ ਤੇ ਫਕੀਰ ਬਣ ਗਿਆ। ਪਤਾ ਨਹੀਂ ਉਹਨਾਂ ਦੇ ਅੰਦਰ ਕੀ ਹੈ, ਵਿਚਾਰ ਕਿਵੇਂ ਦੀ ਹੈ ਤੇ ਕਿਹੜੇ ਕਾਰਨ ਕਰਕੇ ਫਕੀਰ ਬਣਨੇ ਨੇ। ਔਰ ਦੇਖੋ ਫਕੀਰਾਂ ਦੀ माँ बनना कि सौखा कर्म तो नहीं। और तो फिर सतगुरु धन गुरु नानक साहब जी के माता ने निस दिन करते रुदन बितावो, कर उर याद बैठ पछतावो। माता तृप्ता जी कहते हैं मरदाने मैं तो दिन रात उस वेले नूं पछताउंदी है कि जदों इत्थों जाण वास्ते मैं राजी हो गई कि जे तुसीं जाना ही चाहुंदे हो फिर तुहाडी अपनी मर्जी है, जाओ। इत्थों जाण की आग्या दी, भावों ना जाना तो है ही सी और आग्या भी लैके जाना सी, पर माँ कहती कि मैं उस वेले नूं पछतारी क्यों जाण दिता। अज कई साल बाद पुत्रा तू आया तो हुण छेती दस कि है कित्थे। बेदना एक सुत तीनों मोही, नह समीप कब राख्यो ओही। माता जी कहते हैं उस विधाते ने परमेश्वर ने इको किते पुत्र दिता है तो भाग इवें दे लिखे ने वो भी मेरे कोल नहीं रहन दिता कि कई साल खबर ही नहीं लगती कित्थे ने। हुण इस तरह माता जी पुछदे ने ते अगे भाई मरदाने जी ने जो वचन कहने को आप कल विचारांगे। समय के मुताबिक कितनी बेनती प्रवान करनी है जी, हुई भुलों की खिमा। आओ 1-2 मिनट होर रसना के नाल हाजिरी लवाइए, फिर समाप्ति है जी। वाहेगुरू।